श्री वाहिगुरु साहिब जी। चक्र चहन अर बरन जात अर पात नहन जह। रूप रंग अर रेख भेक को कह न सकत कह। अचल मूरत अनपौ प्रकाश अमितोज कही जय। कोट इंदर इंदराण साहे साहान गणिजै। तिर भवन महीप सुर नर असुर नेत नेत बन त्रिन कहत। तब सर्ब नाम कथै कवण कर्म नाम वर्णत सुमत। रोगन ते अर सोगन ते जल जोगन ते बहु भांत बचावै। सतर अनेक चलावत काव बहुतन एक न लागन पावै। राखत है अपनो कर दै कर पाप सबू नह भेटन पावै। और की बात कहाँ कह तो सो पेट ही के पट बीच बचावै। मूक उचरै शास्त्र खट हिंग गिरन चढ़ जाए। अंध लखै बदरो सुनै जो काल कृपा कराए। कहा बुद्ध प्रभ तुच्छ हमारी वर्ण सके महिमा जो तिहारी। हम ना सकत कर सिफत तुम्हारी आप ले हो तुम कथा सुधारी। हम ना सकत कर सिफत तुम्हारी आप ले हो तुम कथा सुधारी। वाहिगुरु जी का खालसा वाहिगुरु जी की फतेह। चवर छतर तख्त दे मालक गरीब नवाज धन धन सतगुरु श्री गुरु ग्रंथ साहिब जी महाराज जी दी संगत दा आनंद माणदे ਸਰੋਤਾ जनो। आप जी बहुत ਵੱਡਿਆਂ ਭਾਗਾਂ ਵਾਲੇ ਹੋ जो निता प्रति सतगुरु गरीब निवास सच्चे पातशाह चोजी प्रीतम श्री कलगीधर पातशाह साहिब कमाल ऐसे नीले दे शाह सवार धन श्री गुरु गोबिंद सिंह साहिब जी महाराज की उचारी हुई जो श्री जाप साहिब जी की बाणी है तिस दे अर्थ भाव सरवण कर रहे हो। ये गुरमुखो वड्डे भागां दी निशानी है क्योंकि जिस उत्ते सतगुरु गरीब निवास सच्चे पातशाह महाराज अपनी मेहर भरी निगाह कर देण उस नूं इह संसार समुंदर तो तार लैंदे हन। ते खालसा जी इह संसार समुंदर तो तरन दा जो पंथ है राह है रस्ता है वो यही है गुरु के घर विच जाके गुरुद्वारा साहिब विच जाके कथा कीर्तन गुरु के उपदेश नूं सरवण करना सेवा करनी। इस दे नाल साडे जीवन दे विच बदलाव आउंदा है। जो महाराज
ਜਿਸ ਜੀਵ ਮਾਤਰ ਦੇ ਉੱਪਰ ਕਿਰਪਾ ਕਰ ਦੇਣ ਉਸ ਨੂੰ ਇਸ ਰਾਹ ਦਾ ਗਿਆਨ ਹੋ ਜਾਂਦਾ ਹੈ। ਉਹ ਸੇਵਾ ਵਿੱਚ, ਸਿਮਰਨ ਵਿੱਚ ਤੇ ਸਰਵਣ ਵਿੱਚ, ਕਿਉਂਕਿ ਖਾਲਸਾ ਜੀ 4 ਪ੍ਰਕਾਰ ਦਾ ਦਰਸ਼ਨ ਮੰਨਿਆ ਗਿਆ ਹੈ। ਸੁਪਨ ਦਰਸ਼ਨ, ਸਾਖਸ਼ਾਤ ਦਰਸ਼ਨ, ਸਰਵਣ ਦਰਸ਼ਨ ਤੇ ਚਰਿੱਤਰ ਦਰਸ਼ਨ। ਜਦੋਂ ਆਪਾਂ ਕਿਸੇ ਦੀ ਫੋਟੋ ਵੇਖਦੇ ਹਾਂ, ਜੋ ਚਿੱਤਰ ਬਣਾਇਆ ਹੁੰਦਾ ਹੈ, ਕਾਲਪਨਿਕ ਹੁੰਦਾ ਹੈ, ਪਰ ਸਾਨੂੰ ਉਸ ਪਿਆਰੇ ਦੀ ਯਾਦ ਦਿਵਾ ਦਿੰਦਾ ਹੈ, ਉਹਨੂੰ ਚਿੱਤਰ ਦਰਸ਼ਨ ਕਹਿੰਦੇ ਹਨ। ਇੱਕ ਪ੍ਰਤੱਖ ਦਰਸ਼ਨ ਹੋਇਆ ਕਰਦਾ ਹੈ, ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਉਸ ਪਰਮੇਸ਼ਰ ਦਾ ਸਰੂਪ ਸਾਖਸ਼ਾਤ ਹੋ ਜਾਂਦਾ ਹੈ ਭਗਤੀ ਕਰਕੇ, ਉਹਨਾਂ ਨੂੰ ਸਾਖਸ਼ਾਤ ਦਰਸ਼ਨ ਹੁੰਦੇ ਹਨ। ਇੱਕ ਸੁਪਨ ਦਰਸ਼ਨ ਹੁੰਦਾ ਹੈ, ਸੁਪਨੇ ਦੇ ਵਿੱਚ ਉਸ ਮਾਲਕ ਦੀਆਂ ਝਲਕੀਆਂ ਪੈਣੀਆਂ, ਉਸ ਦਾਤਾਂ ਦੇ ਬਖਸ਼ਣ ਵਾਲੇ ਦਾਤਾਰ ਪਾਤਸ਼ਾਹ ਜੀ ਦੇ ਦਰਸ਼ਨ ਹੋਣੇ। ਇੱਕ ਖਾਲਸਾ ਜੀ ਸਰਵਣ ਦਰਸ਼ਨ ਹੁੰਦੇ ਹਨ। ਸਰਵਣ ਦਰਸ਼ਨ ਜਦੋਂ ਅਸੀਂ ਇਤਿਹਾਸ ਨੂੰ ਸੁਣਦੇ ਹਾਂ ਜਾਂ ਗੁਰੂ ਸਾਹਿਬ ਜੀ ਦੇ ਜੋ ਬਾਣੀ ਦੇ ਅਰਥ ਭਾਵ ਹਨ ਉਹਨਾਂ ਨੂੰ ਸਰਵਣ ਕਰਦੇ ਹੈ, ਜਦੋਂ ਸੁਰਤੀ ਟਿਕ ਜਾਂਦੀ ਹੈ, ਮਨ 'ਚ ਟਿਕਾ ਆ ਜਾਵੇ, ਫਿਰ ਉਸੇ ਤਰ੍ਹਾਂ ਦੀਆਂ ਝਲਕੀਆਂ ਪੈਂਦੀਆਂ ਹਨ। ਇਸ ਨੂੰ ਸਰਵਣ ਦਰਸ਼ਨ ਕਹਿੰਦੇ ਹਨ। ਸੋ ਸਾਧ ਸੰਗਤ ਜੀ, ਇਹ ਗੁਰੂ ਕੀ ਲਾਡਲੀ ਫੌਜ, ਅੱਜ ਆਪਾਂ ਜੋ ਇਹ ਕਥਾ ਵਿਚਾਰ ਸ੍ਰੀ ਜਾਪ ਸਾਹਿਬ ਜੀ ਦੀ ਬਾਣੀ ਦੇ ਅਰਥ ਭਾਵ ਸੁਣ ਰਹੇ ਹੈ, ਜੇ ਆਪਾਂ ਸੁਰਤੀ ਬਿਰਤੀ ਨੂੰ ਰੋਕ ਲਈਏ, ਸੰਕੋਚ ਲਈਏ ਸੰਸਾਰ ਦੇ ਵਿੱਚੋਂ, ਇਸ ਨੂੰ ਟਿਕਾ ਕੇ ਇਸ ਅਰਥ ਭਾਵਾਂ ਨੂੰ ਆਪਾਂ ਸਰਵਣ ਕਰੀਏ, ਤਾਂ ਇਹ ਨਿਸ਼ਚੈਵਾਚਕ ਹੀ ਹੈ ਕਿ ਸਾਨੂੰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੇ ਸਰਵਣ ਦਰਸ਼ਨ ਹੋਣਗੇ। ਸੋ ਭਾਈ, ਐਸੇ ਸਰਵਣ ਦਰਸ਼ਨ ਕਰਨ ਵਾਸਤੇ ਆਪਣੀ ਮਨ ਬਿਰਤੀ ਨੂੰ ਇਹ ਸੰਸਾਰ ਦੇ ਵੱਲੋਂ ਸੰਕੋਚ ਕੇ ਸ਼੍ਰੀ ਕਲਗੀਧਰ ਪਾਤਸ਼ਾਹ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਨ ਵਾਸਤੇ ਆਪਣੀ ਮਨ ਬਿਰਤੀ ਨੂੰ ਟਿਕਾਓ। ਇੱਕ ਵਾਰੀ ਪਿਆਰ ਦੇ ਨਾਲ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਾਲਸਾ ਜੀ, ਜੋ ਅੱਜ ਸਾਰੀ ਦੁਨੀਆ ਦੇ ਉੱਪਰ ਜੋ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦੇ ਜੋ ਪ੍ਰਕਾਸ਼ ਉਤਸਵ ਮਨਾਏ ਜਾ ਰਹੇ ਹਨ। ਸੋ ਭਾਈ, ਉਹ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਬਾਹੂਵਿੰਡ ਜੋ ਉਹਨਾਂ ਦਾ ਨਗਰ ਹੈ, ਉਹਨਾਂ ਦੇ ਮਾਤਾ ਜਿਉਣੀ ਜੀ, ਪਿਤਾ ਭਾਈ ਭਗਤਾ ਜੀ, ਉਹ ਜੋ ਮਹਾਨ ਸ਼ਹੀਦ ਜਿਨ੍ਹਾਂ ਨੇ ਇਸ ਖਾਲਸਾ ਪੰਥ ਦੇ ਵਿੱਚ ਜਿਉਂਦੇ ਸ਼ਹੀਦ ਦਾ ਖਿਤਾਬ ਪ੍ਰਾਪਤ ਕੀਤਾ, ਜਿਸ ਧਰਤੀ ਤੋਂ ਆਪਾਂ ਇਹ ਕਥਾ ਸਰਵਣ ਕਰ ਰਹੇ ਹਾਂ, ਜਿਸ ਦਰਬਾਰ ਤੋਂ, ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਦੋਂ ਗੁਰੂ ਕੇ ਹੁਕਮਨਾਮੇ ਪ੍ਰਾਪਤ ਹੋਏ, ਇਸ ਧਰਤੀ ਦੇ ਉੱਪਰ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜੰਗ ਦੇ ਵਿੱਚ ਸ਼ਾਮਲ ਹੋ ਕੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ ਬਦਲਾ ਲਿਆ।
ਜਿਹੜਾ ਵਜੀਦ ਖਾਨ ਸੂਬਾ ਸਰਹੰਦ ਸੀ ਉਸ ਨੂੰ ਮਲੀਆ ਮੇਟ ਕੀਤਾ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਐਸੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਤਕਰੀਬਨ 11 ਵਰ੍ਹੇ ਆਪਣੀ ਕਲਮ ਦੇ ਨਾਲ 4 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਿਖਣਾ ਕੀਤੇ। ਕਿਉਂਕਿ ਖਾਲਸਾ ਜੀ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਆਨੰਦਪੁਰ ਸਾਹਿਬ ਵਿਖੇ ਆਨੰਦ ਵਰਤਾ ਰਹੇ ਸਨ, ਉਦੋਂ ਆਪ ਜੀ ਦੇ ਮਾਤਾ ਪਿਤਾ ਆਪ ਜੀ ਨੂੰ ਦਰਸ਼ਨ ਕਰਾਉਣ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਜੀ ਦੇ ਕੋਲੇ ਲੈ ਕੇ ਗਏ। ਉੱਥੇ ਜਾ ਕੇ ਆਪ ਜੀ ਨੇ ਜਦੋਂ ਉਸ ਮਹਾਰਾਜ ਜੋ ਬ੍ਰਹਮ ਦਾ ਹੀ ਸਰੂਪ ਹਨ ਚੋਜੀ ਪ੍ਰੀਤਮ ਕਲਗੀਆਂ ਵਾਲੇ ਦੇ ਦਰਸ਼ਨ ਕੀਤੇ। ਦਰਸ਼ਨ ਕਰਦੇ ਹੀ ਨਿਹਾਲ ਹੋ ਗਏ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਬਾਬਾ ਦੀਪ ਸਿੰਘ ਜੀ ਨੂੰ, ਜਿਨ੍ਹਾਂ ਦਾ ਨਾਂ ਅੰਮ੍ਰਿਤ ਛਕਣ ਤੋਂ ਪਹਿਲਾਂ ਭਾਈ ਦੀਪਾ ਸੀ, ਆਪਣੀ ਕਿਰਪਾ ਦ੍ਰਿਸ਼ਟੀ ਕੀਤੀ। ਸੋ ਭਾਈ ਦੀਪਾ ਜੀ ਨੇ ਆਪਣੇ ਮਾਤਾ ਪਿਤਾ ਨੂੰ ਬੇਨਤੀ ਕੀਤੀ ਵੀ ਅਸੀਂ ਕੁਝ ਸਮਾਂ ਇੱਥੇ ਹੀ ਰਹਿਣਾ ਚਾਹੁੰਦੇ ਹਾਂ। ਤਾਂ ਮਾਤਾ ਪਿਤਾ ਨੇ ਉਹਨਾਂ ਦੀ ਇਸ ਬਚਨ ਨੂੰ ਮੰਨ ਲਿਆ ਤੇ ਉਹ ਕਲਗੀਧਰ ਪਾਤਸ਼ਾਹ ਸਾਹਿਬ ਜੀ ਕੋਲੇ ਆਨੰਦਪੁਰ ਸਾਹਿਬ ਹੀ ਰਹਿਣ ਲੱਗੇ। ਇੱਥੇ ਹੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਦੇਖ ਰੇਖ ਵਿੱਚ ਬਾਬਾ ਜੀ ਨੂੰ ਅਰਬੀ, ਫਾਰਸੀ, ਗੁਰਮੁਖੀ ਦਾ ਭਾਸ਼ਾਵਾਂ ਦਾ ਬਹੁਤ ਅਧਿਐਨ ਕਰਾਇਆ, ਗਿਆਨ ਬਖਸ਼ਿਆ। ਨਾਲ ਹੀ ਸ਼ਸਤਰ ਵਿੱਦਿਆ ਉਹਦਾ ਵੀ ਅਭਿਆਸ ਕਰਾਇਆ। ਖਾਲਸਾ ਜੀ ਬਾਬਾ ਦੀਪ ਸਿੰਘ ਜੀ ਦਾ ਜੋ ਜੀਵਨ ਹੈ ਇਹ ਸ਼ਸਤਰ ਵਿੱਦਿਆ ਤੇ ਸ਼ਾਸਤਰ ਵਿੱਦਿਆ ਦਾ ਸੁਮੇਲ ਹੈ। ਜਿੱਥੇ ਬਾਬਾ ਦੀਪ ਸਿੰਘ ਜੀ 11 ਵਰ੍ਹੇ ਸ਼ਾਸਤਰ ਵਿੱਦਿਆ ਕਲਮ ਚਲਾ ਰਹੇ ਹਨ, ਉੱਥੇ ਫਿਰ ਅਨੇਕਾਂ ਹੀ ਜੰਗਾਂ ਦੇ ਵਿੱਚ ਸ਼ਸਤਰ ਵਿੱਦਿਆ ਭਾਵ ਸ਼ਸਤਰ ਵੀ ਚਲਾਏ, ਜੰਗ ਲੜੇ। ਇਸ ਪਵਿੱਤਰ ਧਰਤੀ ਦੇ ਉੱਪਰ ਜੋ ਇਹ ਚੱਪੜਚਿੜੀ ਦਾ ਮੈਦਾਨ ਹੈ, ਇੱਥੇ ਵੀ ਉਹਨਾਂ ਸ਼ਹੀਦਾਂ ਦੇ ਚਰਨ ਪਏ। ਇੱਥੇ ਵੀ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਫੌਜ ਦੇ ਵਿੱਚ ਸ਼ਾਮਲ ਹੋ ਕੇ ਬੜਾ ਗਹਿ ਗੱਚ ਜੰਗ ਕੀਤਾ। ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਨੇ ਫਿਰ ਜਦੋਂ ਸ਼ਾਸਤਰ ਤੇ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨ ਹੋ ਗਏ ਬਾਬਾ ਦੀਪ ਸਿੰਘ ਜੀ, ਤਾਂ ਉਹਨਾਂ ਦੇ ਮਾਤਾ ਪਿਤਾ ਜੀ ਨੇ ਬੇਨਤੀ ਕੀਤੀ ਵੀ ਇਹ ਸੱਚੇ ਪਾਤਸ਼ਾਹ ਮਹਾਰਾਜ ਜੇ ਆਪ ਜੀ ਕਿਰਪਾ ਕਰ ਦੇਵੋ ਤਾਂ ਅਸੀਂ ਆਪਣੇ ਪੁੱਤਰ ਨੂੰ ਆਪਣੇ ਨਗਰ ਵਿੱਚ ਲੈ ਜਾਈਏ। ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਅਤੇ ਹੁਕਮ ਕੀਤਾ ਕਿ ਭਾਈ ਦੀਪ ਸਿੰਘ ਜੀ ਤੁਸੀਂ ਆਪਣੇ ਨਗਰ ਵਿਖੇ ਜਾ ਕੇ ਵੀ ਸਿੱਖੀ ਦੇ ਵਿੱਚ ਪ੍ਰਪੱਕ ਰਹਿਣਾ। ਉਹੀ ਹੁਕਮ ਤੇ ਬਾਬਾ ਦੀਪ ਸਿੰਘ ਜੀ ਨੇ ਪਹਿਰਾ ਦਿੱਤਾ। ਸੋ ਮੈਂ ਬਹੁਤੇ ਵਿਸਥਾਰ ਵਿੱਚ ਨਹੀਂ ਜਾਵਾਂਗਾ, ਕਿਉਂਕਿ ਖਾਲਸਾ ਜੀ ਜੋ ਆਪਾਂ ਜਾਪ ਸਾਹਿਬ ਜੀ ਦੇ ਅਰਥ ਭਾਵ ਸੁਣ ਰਹੇ ਹਾਂ ਉਹ ਵੀ ਕਥਾ ਕਰਨੀ ਹੈ, ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਜੀਵਨ ਬਹੁਤ ਹੀ ਪਵਿੱਤਰ ਤੇ ਪਾਵਨ ਹੈ। ਸੁਖ ਮਾਤਰ ਹੀ ਆਪਾਂ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਉਹਨਾਂ ਦੇ ਜੀਵਨ ਦੀਆਂ ਝਲਕੀਆਂ ਯਾਦ ਕਰਾਂਗੇ। ਸੋ ਬਾਅਦ ਦੇ ਵਿੱਚ ਫਿਰ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਬਾਬਾ ਦੀਪ ਸਿੰਘ ਜੀ ਨੇ
बहुत परोपकार किया। उत्थे अनेकां ही गुरमुख प्यारिਆਂ ਨੂੰ शस्त्र विद्या ਅਤੇ गुरमत की पढ़ाई ਉਹ संथਿਆ गुरु ग्रंथ साहिब जी महाराज जी दे संपूर्ण संथਿਆ करवाई। क्योंकि खालसा जी बाबा दीप सिंह जी वो जिउंदा शहीद का खिताब उन्हां नूं प्राप्त सी ते कलगीधर चोजी प्रीतम पातशाह जी कोलों उन्हां दे कर कमलां दे नाल आप जी ने अमृतपान कीता सी। सो 75 साल की उम्र दे विच जदों अबदाली दे वल्लों श्री दरबार साहिब जी की बेअदबी करनी शुरू की गई, जदों ये खबर बाबा दीप सिंह जी नूं पता लगी तो बाबा दीप सिंह जी ने 18 शेर का खंडा अपने हथ विच लैके प्रण किया, हे सच्चे पातशाह जीओ हुण मैं अपना जो सीस है ये आप जी दे चरना कमलों दे विच श्री दरबार साहिब विखे भेंट करांगा। सो उस प्रण नूं निभांदे होए बाबा दीप सिंह जी ने दुष्टां दा सौदा ला के अपना जो सीस है वो श्री दरबार साहिब जिथे बाबा दीप सिंह जी का स्थान बनया होया है उत्थे जाके भेंट किया। खालसा जी मैं बड़े संखेप दे विच विचार कर रहा हैं, क्योंकि आपां उन्हां शहीदां दी जदों याद मनाउंदे हाँ तां हिरदा पवित्र हो जाता है। खालसा जी वो गुरु के प्यारे भाई मनी सिंह जी, बाबा दीप सिंह जी अते अनेकां ही सिंह जिहड़े होए हन गुरु के प्यारे हन, उन्हां दा जीवन बहुत पवित्र अते पावन है। सो भाई बाबा दीप सिंह जी नूं ये वार सीगा कलगीधर पातशाह जी दा कि बाबा दीप सिंह जी जे तुहाडा सीस इस धड़ तो लहदा भी हो जावे तां भी आप जी दे आनंद दे विच कोई फर्क नहीं पवेगा। इसे तरह भाई मनी सिंह जी नूं भी ये वार सी कि भाई मनी सिंह जी जे आप जी दा बंद भी कट्टिया जावे तां भी आप जी दे आनंद विच फर्क नहीं पवेगा। क्योंकि जदों चोजी प्रीतम पातशाह महाराज जी ने अपने गुरु के प्यारे गुरु सिक्खां नूं जदों संथਿਆ करवाई, सारी गुरबाणी दे श्री गुरु ग्रंथ साहिब जी दे अर्थ सुनाए, कथा करके सुनाई, तां वो सारियां जो देहां सन देह मुक्त हो गईयां, सचखंड नूं जा रहीआं। दो ਸਿੰਘਾਂ नूं बाबा दीप सिंह जी ते भाई मनी सिंह जी नूं महाराज ने रोक लिया भी प्यारे खालसा जी तुहाडी हजे इस मात लोक दे उपर सेवा बाकी है। तो दोने ਸਿੰਘਾਂ ने बेनती की भी है सच्चे पातशाह जीओ हुण जिहा आनंद जो बनया होया फिर इहदे विच फर्क पै जावेगा, आप जी कृपा करो सानू जाण दिओ। तां बाबा दीप सिंह जी नूं अते भाई मनी सिंह जी नूं फिर वार दिते सन भी भाई मनी सिंह जी जे आप जी दा बंद भी कट्टिया जावे तां भी आप जी दे आनंद विच फर्क नहीं पवेगा। ते भाई बाबा दीप सिंह जी नूं यह वार दिता कलगीधर पातशाह जी ने भी जे आप जी दा सीस इस धड़ तो लहदा भी हो जाएगा फिर भी आप जी के आनंद विच फर्क नहीं पवेगा। सो इस तरह कहनी करनी दे पूरे सूरवीर योधे बाबा दीप सिंह जी ने जो प्रण किया वो कलगीधर पातशाह महाराज की कृपा नाल पूर्ण होया।
ਸੋ ਭਾਈ ਐਸੇ ਮਹਾਨ ਸ਼ਹੀਦ ਜਿਨ੍ਹਾਂ ਦਾ ਗੁਰਪੁਰਬ ਅੱਜ ਸਾਰੀ ਦੁਨੀਆ ਮਨਾ ਰਹੀ ਹੈ, ਉਹਨਾਂ ਨੂੰ ਕੋਟ ਕੋਟ ਪ੍ਰਣਾਮ ਹੈ। ਸੋ ਭਾਈ ਇਹ ਬਾਬਾ ਦੀਪ ਸਿੰਘ ਜੋ ਜਿੰਦਾ ਸ਼ਹੀਦ ਦਾ ਖਿਤਾਬ ਬਾਬਾ ਦੀਪ ਸਿੰਘ ਜੀ ਨੂੰ ਪੰਥ ਵੱਲੋਂ ਮਿਲਿਆ ਸੀ। ਸੋ ਇੰਨੀਆਂ ਕੁ ਵਿਚਾਰਾਂ ਆਪਾਂ ਉਹਨਾਂ ਦੇ ਜੀਵਨ ਦੇ ਬੜੇ ਹੀ ਸੰਖੇਪ ਦੇ ਵਿੱਚ ਆਪਾਂ ਉਹਨਾਂ ਦਾ ਜੀਵਨ ਉਹਨਾਂ ਦੇ ਯਾਦ ਕੀਤਾ। ਸੋ ਜੋ ਕੱਲ੍ਹ ਦੇ ਪ੍ਰਕਰਨਾਂ ਦੇ ਵਿੱਚ ਆਪਾਂ ਨੇ ਸਰਵਣ ਕੀਤਾ ਸੀ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਜੋ ਵਿਸਮਾਦ ਸਰੂਪ ਹੈ, ਜੋ ਸਦਾ ਰਹਿਣ ਵਾਲਾ ਹੈ, ਉਸ ਦਾ ਗਿਆਤ ਕਰਾ ਰਹੇ ਹੈ। ਸੋ ਭਾਈ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੋ ਜੋ ਆਪਾਂ ਇਸ ਆਨੰਦ ਨੂੰ ਪੂਰਨ ਤੌਰ 'ਤੇ ਪ੍ਰਾਪਤ ਕਰ ਸਕੀਏ। ਆਓ ਜੀ ਆਪਾਂ ਫਿਰ ਪੰਕਤੀਆਂ ਪੜ੍ਹ ਕੇ ਵਿਚਾਰ ਕਰੀਏ। ਸदैवं ਸਰੂਪ ਹੈ ਅਭੇਦੀ ਅਨੂਪ ਹੈ। ਜੋ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਹੈ ਉਹ ਸदैव ਦਾ ਅਰਥ ਹੁੰਦਾ ਖਾਲਸਾ ਜੀ ਹਮੇਸ਼ਾ ਰਹਿਣ ਵਾਲਾ, ਅਤੇ ਸੱਤਿਆ ਸਰੂਪ ਹੈ। ਐਸਾ ਜੋ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ ਉਹ ਅਚਲ ਹੈ, ਸदैव ਰਹਿਣ ਵਾਲਾ ਹੈ, ਅਭੇਦੀ ਅਨੂਪ ਹੈ। ਭਾਵ ਕਿ ਉਸ ਵਰਗਾ ਉਹ ਆਪ ਹੀ ਹੈ ਅਤੇ ਉਸ ਦਾ ਭੇਤ ਕਿਸੇ ਤੋਂ ਪਾਇਆ ਨਹੀਂ ਜਾ ਸਕਦਾ। ਉਹ ਆਪ ਹੀ ਪੂਰਨ ਪਰਮੇਸ਼ਰ ਹੈ। ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ। ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਸਤੋ ਪਰਾਜ ਹੈ, ਸਭ ਨੂੰ ਪਰਾਜਿਤ ਕਰਨ ਵਾਲਾ ਆਪ ਹੀ ਹੈ, ਅਤੇ ਸਾਰਿਆਂ ਨੂੰ ਸਾਜਦਾ ਵੀ ਆਪ ਹੀ ਹੈ। ਇਹ ਉਸ ਦੀ ਕਲਾ ਹੈ ਖਾਲਸਾ ਜੀ। ਸਾਰਿਆਂ ਨੂੰ ਪਰਾਜਿਤ ਕਰਨ ਵਾਲਾ ਅਤੇ ਸਾਰਿਆਂ ਨੂੰ ਬਣਾਉਣ ਵਾਲਾ ਆਪ ਹੀ ਹੈ। ਸਮਸਤੁਲ ਸਲਾਮ ਹੈ ਸदैवल ਅਕਾਮ ਹੈ। ਉਹ ਵਾਹਿਗੁਰੂ ਦਾ ਜੋ ਇਹ ਜੋ ਸਰੂਪ ਹੈ, ਮਹਾਰਾਜ ਕਹਿੰਦੇ ਸਮਸਤੁਲ ਸਲਾਮ ਹੈ, ਸਭ ਦਾ ਸਤਿਕਾਰਯੋਗ ਹੈ ਅਤੇ ਨਿਸ਼ਕਾਮ। ਕਿਸੇ ਨਾਲ ਤੇਰਾ ਕੋਈ ਕਾਰ ਵਿਹਾਰ ਨਹੀਂ ਰਲਦਾ, ਸਭ ਦਾ ਸਤਿਕਾਰ ਸਰੂਪ ਹੈ। ਸਾਰੇ ਉਹਦਾ ਸਤਿਕਾਰ ਕਰਦੇ ਆ। ਸਮਸਤੁਲ ਭਾਵ ਸਾਰੇ, ਸਲਾਮ ਭਾਵ ਉਸ ਨੂੰ ਸਤਿਕਾਰਯੋਗ ਨਮਸਕਾਰ ਕਰਦੇ ਹਨ। ਸदैवल ਅਕਾਮ ਹੈ। ਅਕਾਮ ਜੋ ਕਾਮਨਾ ਤੋਂ ਰਹਿਤ ਹੋਵੇ, ਨਿਸ਼ਕਾਮ ਹੋਵੇ, ਅਤੇ ਸदैवल ਹਮੇਸ਼ਾ। ਐਸਾ ਜੋ ਵਾਹਿਗੁਰੂ ਜੀ ਦਾ ਸਰੂਪ ਹੈ ਜੋ ਕਾਮਨਾਵਾਂ ਤੋਂ ਰਹਿਤ ਨਿਸ਼ਕਾਮ ਸਰੂਪ ਹੈ। ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ। ਉਹ ਜੋ ਵਾਹਿਗੁਰੂ ਮਹਾਰਾਜ ਨਾ ਬੰਨੇ ਜਾਣ ਵਾਲਾ ਸਰੂਪ ਹੈ। ਨਿਰਬਾਧ, ਉਸ ਨੂੰ ਕੋਈ ਬੰਨ੍ਹ ਨਹੀਂ ਸਕਦਾ। ਨਿਰਬਾਧ ਸਰੂਪ ਹੈ। ਭਾਵ ਅਸੀਂ ਖਾਲਸਾ ਜੀ ਵਿਕਾਰਾਂ ਦੇ ਬੰਨੇ ਹੋਏ ਹੈ, ਪਰ ਪਰਮੇਸ਼ਰ ਦਾ ਸਰੂਪ ਹੈ ਜਿਸ ਦੇ ਵਿੱਚ ਕੋਈ ਵਿਕਾਰ ਨਹੀਂ ਵਿਆਪਦਾ, ਨਾ ਹੀ ਤਿੰਨਾਂ ਗੁਣਾਂ ਵਿੱਚ, ਰਜੋ ਤਮੋ ਸਤੋ ਗੁਣ ਦੇ ਵਿੱਚ ਉਸ ਨੂੰ ਕੋਈ ਬੰਨਣ ਨਹੀਂ ਹੈ। ਉਹ ਨਾ ਬੰਨੇ ਜਾਣ ਵਾਲਾ ਸਰੂਪ ਹੈ। ਅਗਾਧ ਹੈ, ਅਨੂਪ ਹੈ, ਨਾ ਗਾਹੇ ਜਾਣ ਵਾਲਾ, ਅਤੇ ਅਨੂਪ ਭਾਵ ਉਪਮਾ ਤੋਂ ਰਹਿਤ ਹੈ।
ओं आद रूपै अनाद स्वरूपै। ओं आद रूपै, सारे संसार की उत्पत्ति तो पहला। बड़ी बरीक गल है खालसा जी, बड़े ध्यान देने वाली गल है। सारे संसार की उत्पत्ति तो पहला तेरा ही रूप है। भाव की है भी जदों ये सृष्टि नहीं सी उदों भी इक्को ही प्रकाश रूप स्वरूप है जो वो परमेश्वर ओं आद रूप है। वो परमेश्वर का ही स्वरूप जदों कुछ भी नहीं सी तां भी वो परमेश्वर उस तरह सी जिवें अज है। भाव उही स्वरूप जो आद अंत तो रहत है, अनाद स्वरूप है। जो आद है जिसका कोई अंत नहीं, ना उहदा कोई नाम है ना ही उहदा कोई अंग है। अनंगी अनामे त्रिभंगी त्रिकामे, तिन्ने देवतियां नूं बनाउण अते ढाउण वाला। तिन्ने देवतियां दा बनाउण वाला ते ढाउण वाला। अनंगी अनामे त्रिभंगी त्रिकामे, उन्हां देवतियां नूं वा दूसरा अर्थ है खालसा जी तिन धर्म। तिन धर्म किहड़े हन? अर्थ मोख ते काम। उन्हां नूं भी बख्शण वाला है, उन्हां ते भी किरपा दृष्टि करन वाला है जिहड़े तिन्ने धर्मां नूं इन्हां नूं मनदे है। त्रिभंगी त्रिकामे, त्रिवर्गं त्रिबादे अगंजे अगाधे। तिन्हां गुणां दे स्वरूप नूं विनाश ते तिन्हां गुणां तो रहत करते। ऐसे ही जो तेरी शक्ति है जो ना दबाए जान वाली है, जिसनों कोई दबा नहीं सकता, ऐसा जो स्वरूप है त्रिवर्गम त्रिबाधे अगंजे अगाधे। ऐसा जो परमेश्वर दिया स्वरूप है, ऐसी शक्ति है जिसनों दबाया नहीं जा सकता। तिन्ने गुणां दे स्वरूप नूं जिसनों विनाश नहीं किया जा सकता। शुभं सर्व भागे सर्वा अनुरागे, सब दे भाग शुभ करन वाला। शुभं सर्व भागे, सब दे जिन्ने भाग हन उन्हां नूं शुभ करन वाला, खुशियां बख्शण वाला ते प्यार करन वाला। सो सर्वा अनुरागे, सब नूं प्यार करन वाला। तेरा भुगत स्वरूप है, अछिज है, अछूत है। हे वाहिगुरू, तिन्हां लोकां नूं भोगण ते भुगतान करन वाला तेरा स्वरूप है। जो ना छिजदा है ना पिट हुंदा है, फिर की हुंदा खालसा जी? सब नाल स्पर्श करन वाला है, सब दी बेनतियां सुनन वाला है। तेरा भुगत स्वरूप है, अछिज है, अछूत है। तिन्हां लोकां नूं भोगण ते भुगतान करन वाला स्वरूप है। कि नरकं प्रनाश है, पृथ्वील प्रवास है। जो नरकां तो बचाउण वाला है, कि नरकं प्रनाश है। जे कोई गुरु का प्यारा नरकां दे विच पै भी जावे तां भी जो खालसा जी ये साडे केसां दी जो मोहर है, कलगीधर पातशाह कहंदे असीं इहनूं पछाण के उहनूं नरकां चों कढ लैंदे आ। इस करके सानू साबत सूरत रहन वास्ते परमेश्वर का हुक्म है
तो जो ऐसा परमेश्वर है कि नरकंग प्रनाश है, भाव के सानू नरका तो बचाउण वाला, वो ਇਹੋ ਜਿਹਾ ਸਰੂਪ ਹੈ जो अपने प्यारिਆਂ ਨੂੰ कदे नरकां ਦੇ ਰਾਹ नहीं पैण ਦਿੰਦਾ। ਪ੍ਰਿਥੀਵਲ ਪ੍ਰਵਾਸ ਹੈ, ਪ੍ਰਿਥੀਵਲ ਕੁੱਲ ਬ੍ਰਹਿਮੰਡ, जो सारे कुल ब्रह्मंडां विच प्रवेश रखदा है। प्रवास है भाव के उन्हां दे विच प्रवेश रखदा है, व्यापक स्वरूप है, निरुक्त प्रभा है, सदैवं सदा है, जिस दा प्रभाव बयान नहीं किया जा सकता, जिस दे प्रभाव नूं उहदी शक्ति नूं खालसा जी कोई बयान नहीं कर सकता। निरुक्त प्रवाह है, सदैवं सदा है, हमेशा सदीव काल, सारे कालों दे विच एक रस रहण वाला वो परमेश्वर आप ही है। विभुक्त स्वरूप है, प्रजुक्त अनूप है, जिस दे ना गिने जाण वाले अनेका स्वरूप हैं, जिस दे विभुक्त स्वरूप है, जिहदे स्वरूपां नूं कोई गिण भी नहीं सकता। ऐसा जो परमेश्वर दा आश्चर्य स्वरूप है, विभुक्त स्वरूप है, ऐसा वाहिगुरू जिस दे स्वरूपां बारे कोई ज्ञान, कोई गिणती मिणती, कोई उहदी शक्ति का पता ही नहीं लगता। फिर अगे सतगुरु जी दसदे हैं अनउक्त स्वरूप है। अनउक्त भाव के जो उगतियां जुगतियां तो बाहर है, जिसकी उपमा नहीं की जा सकती। विभुक्त स्वरूप है, प्रजुक्त अनूप है, ऐसा वाहिगुरू जी का स्वरूप है। निरुक्त सदा है, विभुक्त प्रभा है। वो वाहिगुरू महाराज सच्चे पातशाह तू कथन तो रहत है, सब दी शोभा विशेष करके भोग रहा है। निरुक्त सदा है, भाव की है खालसा जी, उसनूं कथन नहीं किया जा सकता। बड़े बड़े ऋषिवर मुनि, बड़े बड़े वेदां दे ज्ञाता जिन्हां ने जोर ला के वेख लिया, पर उहदा पारावार नहीं पा सके। पर जुगत अनूप है, ऐसा वाहिगुरू जी का स्वरूप है। चाचरी छंद अभंग है, अनंग है,